ਸਤਿ ਸ਼੍ਰੀ ਅਕਾਲ एवरीवन ਤੁਹਾਡੇ ਸਾਰਿਆਂ ਦਾ ਸਟੱਡੀ ਆਈਕਿਊ ਦੇ ਲਰਨਿੰਗ ਪਲੇਟਫਾਰਮ ਤੇ ਸਵਾਗਤ ਹੈ। ਅੱਜ ਅਸੀਂ ਪੰਜਾਬ ਦੇ ਮਈ 2021 ਦੇ ਕਰੰਟ ਅਫੇਅਰ ਦਾ ਸੈਕਿੰਡ ਪਾਰਟ ਕਰਾਂਗੇ। ਇਸ ਦਾ ਫਰਸਟ ਪਾਰਟ ਅਸੀਂ ਕਰ ਚੁੱਕੇ ਹਾਂ। ਇਹ ਕਰੰਟ ਅਫੇਅਰ ਤੁਹਾਡੇ ਆਉਣ ਵਾਲੇ ਪੰਜਾਬ ਦੇ ਡਿਫਰੈਂਟ ਗਵਰਨਮੈਂਟ ਐਗਜ਼ਾਮਸ ਜਿਵੇਂ ਕਿ ਪੰਜਾਬ PCS ਨਾਇਬ ਤਹਿਸੀਲਦਾਰ ਪਟਵਾਰੀ ਤੇ ਹੋਰ ਵੀ ਜਿਹੜੇ ਡਿਪਾਰਟਮੈਂਟਲ ਐਗਜ਼ਾਮਸ ਪੰਜਾਬ ਦੀ ਸਰਕਾਰ ਕੱਢਦੀ ਹੈ ਉਹਨਾਂ ਵਾਸਤੇ ਯੂਜ਼ਫੁਲ ਹੋਏਗਾ। क्वेश्चन ਤੁਹਾਨੂੰ ਇਹਦੇ ਵਿੱਚ ਪੰਜਾਬੀ 'ਚ ਵੀ ਮਿਲਣਗੇ ਪਲੱਸ ਇੰਗਲਿਸ਼ 'ਚ ਵੀ ਮਿਲਣਗੇ। ਮੇਰਾ ਨਾਮ ਰਵਨੀਤ ਕੌਰ ਹੈ। ਜੇ ਤੁਸੀਂ ਮੇਰੇ ਨਾਲ ਟੈਲੀਗ੍ਰਾਮ ਤੇ ਐਸੋਸੀਏਟ ਹੋਣਾ ਚਾਹੁੰਦੇ ਹੋ ਤਾਂ ਰਵਨੀਤ ਕੌਰ ਆਫੀਸ਼ੀਅਲ ਤੇ ਐਸੋਸੀਏਟ ਹੋ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਆਪਣੇ ਵੀਡੀਓ ਨੂੰ। ਸਭ ਤੋਂ ਪਹਿਲਾ ਕੁਐਸਚਨ ਹੈ ਇੰਟਰਨੈਸ਼ਨਲ ਨਰਸ ਡੇ ਜਿਹੜਾ ਹੈ ਉਹਦੇ ਓਕੇਜ਼ਨ ਤੇ ਸਾਡੇ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਨੇ ਜਿਨ੍ਹਾਂ ਦਾ ਨਾਮ ਹੈ ਮਿਸਟਰ ਬਲਬੀਰ ਸਿੰਘ ਸਿੱਧੂ। ਨਾਮ ਧਿਆਨ ਰੱਖਣਾ ਹੈ ਮਿਸਟਰ ਬਲਬੀਰ ਸਿੰਘ ਸਿੱਧੂ ਹੈਲਥ ਮਿਨਿਸਟਰ ਨੇ ਪੰਜਾਬ ਦੇ। ਇਹਨਾਂ ਨੇ ਇਹ ਕਿਹਾ ਹੈ ਕਿ ਨਰਸਿਸ ਦਾ ਕੰਟਰੀਬਿਊਸ਼ਨ ਜਿਹੜਾ ਹੈ ਮੈਡੀਕਲ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਰਿਹਾ ਹੈ। ਇਹਨਾਂ ਨੇ ਇਹ ਜਿਹੜੀ ਲਾਈਨ ਕੀ ਹੈ ਕਿ ਇਹਦੇ ਕੰਟੈਕਸਟ ਵਿੱਚ ਕਹੀ ਹੈ ਕਿਉਂਕਿ ਜਦੋਂ ਕੋਵਿਡ ਦੀ ਬਹੁਤ ਜ਼ਿਆਦਾ ਤਬਾਹੀ ਚੱਲ ਰਹੀ ਸੀਗੀ ਉਸ ਟਾਈਮ ਤੇ ਫਰੰਟ ਲਾਈਨ ਤੇ ਜਿਹੜੇ ਸਾਡੇ ਵਰਕਰ ਸੀਗੇ ਉਹ ਸਭ ਤੋਂ ਜ਼ਿਆਦਾ ਨਰਸਿਸ ਹੀ ਸੀਗੀਆਂ। ਇਸ ਕਰਕੇ ਇਹਨਾਂ ਨੇ ਕਿਹਾ ਹੈ ਕਿ ਇੰਟਰਨੈਸ਼ਨਲ ਨਰਸਿਸ ਡੇ ਦੇ ਮੌਕੇ ਤੇ ਸਾਨੂੰ ਨਰਸਿਸ ਦਾ ਰਿਣੀ ਹੋਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਤੁਸੀਂ ਹੁਣ ਦੱਸਣਾ ਹੈ ਕਿ ਇੰਟਰਨੈਸ਼ਨਲ ਨਰਸਿਸ ਡੇ ਜਿਹੜਾ ਹੈ ਉਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇੰਪੋਰਟੈਂਟ ਹੈ ਕੁਐਸਚਨ ਕਿਉਂਕਿ ਕੋਵਿਡ ਚੱਲ ਰਿਹਾ ਪੈਂਡੇਮਿਕ ਚੱਲ ਰਿਹਾ ਵੈਕਸੀਨ ਦਾ ਕੁਐਸਚਨ ਹੋ ਗਿਆ ਇੰਟਰਨੈਸ਼ਨਲ ਨਰਸਿਸ ਡੇ ਦਾ ਕੁਐਸਚਨ ਹੋ ਗਿਆ। ਇੱਦਾਂ ਦੇ ਕੁਐਸਚਨ ਆਉਣ ਦੇ ਚਾਂਸਿਸ ਵੱਧ ਜਾਂਦੇ ਨੇ। ਇਹ ਸਾਡਾ ਡੇ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ 12 ਮਈ ਨੂੰ। ਹੁਣ ਜੇ ਕੋਈ ਬਹੁਤ ਇੰਪੋਰਟੈਂਟ ਡੇ ਹੁੰਦਾ ਹੈ ਤਾਂ ਉਹਦਾ ਥੀਮ ਵੀ ਇੰਪੋਰਟੈਂਟ ਹੁੰਦਾ ਹੈ। ਇਸ ਸਾਲ ਦੇ ਇੰਟਰਨੈਸ਼ਨਲ ਨਰਸਿਸ ਡੇ ਦਾ ਜਿਹੜਾ ਥੀਮ ਸੀਗਾ ਉਹ ਸੀਗਾ ਏ ਵੌਇਸ ਟੂ ਲੀਡ। ਏ ਵੌਇਸ ਟੂ ਲੀਡ ਇਹਦਾ ਥੀਮ ਸੀਗਾ। ਜੇ ਪੂਰੇ ਥੀਮ ਦੀ ਮੈਂ ਗੱਲ ਕਰਾਂ ਤਾਂ ਪੂਰਾ ਥੀਮ ਸੀਗਾ ਏ ਵੌਇਸ ਟੂ ਲੀਡ ਵਿਜ਼ਨ ਫॉर ਫਿਊਚਰ ਹੈਲਥ ਕੇਅਰ। ਤੁਸੀਂ ਧਿਆਨ ਰੱਖਣਾ ਹੈ ਇਹ ਇਸ ਸਾਲ ਦੇ ਇੰਟਰਨੈਸ਼ਨਲ ਨਰਸਿਸ ਡੇ ਦਾ ਥੀਮ ਸੀਗਾ ਜਿਹੜਾ ਕਿ 12 ਮਈ ਨੂੰ ਸੈਲੀਬ੍ਰੇਟ ਕੀਤਾ ਗਿਆ। ਅਗਲਾ ਕੁਐਸਚਨ ਨੈਸ਼ਨਲ ਟੈਕਨੋਲੋਜੀ ਡੇ ਤੇ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਿਹੜੀ ਕਿ ਕਪੂਰਥਲਾ ਦੇ ਵਿੱਚ ਹੈ ਉਹਨਾਂ ਨੇ ਵੈਬੀਨਾਰ ਆਰਗੇਨਾਈਜ਼ ਕੀਤਾ ਜਿਹਦਾ ਨਾਮ ਸੀਗਾ ਇਨਵੈਂਸ਼ਨ ਐਂਡ ਇਨੋਵੇਸ਼ਨ ਫਲੈਕਸੀਬਲ ਇੰਜੀਨੀਅਰਿੰਗ ਮਟੀਰੀਅਲ। ਇਸ ਲਈ ਇਹਨਾਂ ਨੇ ਨੈਸ਼ਨਲ ਟੈਕਨੋਲੋਜੀ ਡੇ ਇਸ ਵੈਬੀਨਾਰ ਦੇ ਥਰੂ ਸੈਲੀਬ੍ਰੇਟ ਕੀਤਾ। ਅਸੀਂ ਵਰਚੁਅਲ ਮੀਟਿੰਗ ਦੇ ਥਰੂ ਹੀ ਸਾਰਾ ਕੁਝ ਕਰ ਰਹੇ ਹਾਂ ਕਿਉਂਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਮੇਨਟੇਨ ਰੱਖਣੀ ਹੈ। ਤੁਸੀਂ ਦੱਸਣਾ ਹੈ ਕਿ ਨੈਸ਼ਨਲ ਟੈਕਨੋਲੋਜੀ ਡੇ ਜਿਹੜਾ ਹੈ ਉਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ 11 ਮਈ ਨੂੰ। 11 ਮਈ ਨੂੰ ਨੈਸ਼ਨਲ ਟੈਕਨੋਲੋਜੀ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜਦੋਂ ਕੋਈ ਵੀ ਡੇ ਆਪਾਂ ਪੜ੍ਹਦੇ ਹਾਂ ਧਿਆਨ ਰੱਖਣਾ ਹੈ ਕਿ ਉਹ ਨੈਸ਼ਨਲ ਹੈ ਜਾਂ ਇੰਟਰਨੈਸ਼ਨਲ ਹੈ। ਅਸੀਂ ਨੈਸ਼ਨਲ ਦੀ ਗੱਲ ਕਰ ਰਹੇ ਹਾਂ। ਜਿਹੜਾ ਅਸੀਂ ਪਿੱਛੇ ਨਰਸਿਸ ਡੇ ਪੜ੍ਹਿਆ ਉਹ ਇੰਟਰਨੈਸ਼ਨਲ ਨਰਸਿਸ ਡੇ ਸੀਗਾ। 11 ਮਈ ਨੂੰ ਅਸੀਂ ਨੈਸ਼ਨਲ ਟੈਕਨੋਲੋਜੀ ਡੇ ਸੈਲੀਬ੍ਰੇਟ ਕੀਤਾ ਤੇ ਇਹਦਾ ਥੀਮ ਸੀਗਾ ਸਾਇੰਸ ਐਂਡ ਟੈਕਨੋਲੋਜੀ ਫॉर ਸਸਟੇਨੇਬਲ ਫਿਊਚਰ ਕਿ ਕਿਵੇਂ ਅਸੀਂ ਸਸਟੇਨੇਬਲ ਫਿਊਚਰ ਦੇ ਲਈ ਸਾਇੰਸ ਐਂਡ ਟੈਕਨੋਲੋਜੀ ਦੀ ਵਰਤੋਂ ਕਰ ਸਕਦੇ ਹਾਂ ਜਿਹਦੇ ਵਿੱਚ ਸਾਡੇ ਇਨਵਾਇਰਨਮੈਂਟ ਨੂੰ ਵੀ ਕੋਈ ਹਾਰਮ ਨਾ ਹੋਵੇ। ਅਗਲੇ ਕੁਐਸਚਨ 'ਚ ਤੁਸੀਂ ਦੱਸਣਾ ਹੈ ਕਿ ਕਿਹੜਾ ਇੱਦਾਂ ਦਾ ਸਟੇਟ ਹੈ ਇੰਡੀਆ ਦੇ ਵਿੱਚ ਪਹਿਲਾ ਜਿਹਨੇ ਕਿ ਫਾਰਮਰਸ ਵਾਸਤੇ ਕਿਸਾਨਾਂ ਵਾਸਤੇ ਡਿਜੀ ਲੋਕਰ ਦੀ ਫੈਸਿਲਿਟੀ ਲਾਂਚ ਕੀਤੀ ਹੈ। ਡਿਜੀ ਲੋਕਰ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਇੱਕ ਤਰੀਕੇ ਦਾ ਡਿਜੀਟਲ ਲੋਕਰ ਹੈ ਜਿੱਥੇ ਤੁਸੀਂ ਆਪਣੇ ਕਾਗਜ਼ ਪੱਤਰ ਜਿਹੜੇ ਨੇ ਉਹ ਸੇਵ ਕਰ ਸਕਦੇ ਹੋ। ਤੁਹਾਡੀ ਕੋਈ ਡਿਗਰੀ ਹੋ ਗਈ ਤੁਹਾਡੇ ਕੋਈ ਇੰਪੋਰਟੈਂਟ ਇੰਸ਼ੋਰੈਂਸ ਦੇ ਡਾਕੂਮੈਂਟ ਨੇ ਉਹ ਸਿੱਧਾ ਤੁਸੀਂ ਡਿਜੀ ਲੋਕਰ 'ਚ ਪਾ ਦਿਓ। ਤੁਹਾਨੂੰ ਮੈਨੂਅਲੀ ਉਹਨਾਂ ਨੂੰ ਕੈਰੀ ਕਰਨ ਦੀ ਲੋੜ ਨਹੀਂ ਪਏਗੀ। ਇਹ ਹੁਣ ਡਿਜੀ ਲੋਕਰ ਦੀ ਫੈਸਿਲਿਟੀ ਫਾਰਮਰਸ ਨੂੰ ਵੀ ਦਿੱਤੀ ਗਈ ਹੈ ਤਾਂ ਕਿ ਉਹਨਾਂ ਦੇ ਕੋਈ ਇੰਸ਼ੋਰੈਂਸ ਦੇ ਕਾਗਜ਼ਾਤ ਨੇ ਕੋਈ ਵੀ ਇੰਪੋਰਟੈਂਟ ਚੀਜ਼ ਹੈ ਲੋਨ ਦੇ ਕਾਗਜ਼ਾਤ ਨੇ ਉਹ ਸਾਰੇ ਡਿਜੀਟਲੀ ਉਹ ਸਟੋਰ ਕਰਕੇ ਰੱਖ ਸਕਣ। ਇਹਦੇ ਨਾਲ ਕੀ ਹੋਏਗਾ ਜੇ ਇੰਸ਼ੋਰੈਂਸ ਦਾ ਕਲੇਮ ਉਹਨਾਂ ਨੂੰ ਜਲਦੀ ਨਹੀਂ ਮਿਲਦਾ ਤਾਂ ਮੈਨੂਅਲੀ ਉਹ ਕਾਗਜ਼ ਲੈ ਕੇ ਘੁੰਮਦੇ ਨੇ। ਡਿਜੀ ਲੋਕਰ ਦੇ ਥਰੂ ਡਾਇਰੈਕਟਲੀ ਐਕਸੈਸ ਕੀਤਾ ਜਾ ਸਕਦਾ ਹੈ ਉਹਨਾਂ ਕਾਗਜ਼ਾਂ ਨੂੰ ਤੇ ਦੇਖਿਆ ਜਾ ਸਕਦਾ ਹੈ ਕਿ ਕਲੇਮ ਕਿੰਨਾ ਲੇਟ ਹੋਇਆ। ਉਸ ਤਰੀਕੇ ਨਾਲ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ। ਤੇ ਪੰਜਾਬ ਹੈ ਪਹਿਲਾ ਸਟੇਟ ਕੰਟਰੀ ਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹਨੇ ਕਿ ਕਿਸਾਨਾਂ ਵਾਸਤੇ ਡਿਜੀ ਲੋਕਰ ਲਾਂਚ ਕੀਤਾ। ਕੁਐਸਚਨ ਇੱਦਾਂ ਆ ਸਕਦਾ ਹੈ ਕਿ ਡਿਜੀ ਲੋਕਰ ਪੰਜਾਬ ਦੀ ਸਰਕਾਰ ਨੇ ਕਿਹਨਾਂ ਵਾਸਤੇ ਲਾਂਚ ਕੀਤਾ ਤਾਂ ਫਾਰਮਰਸ ਵਾਸਤੇ ਲਾਂਚ ਕੀਤਾ। ਅਗਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ। ਇਹ ਤੁਸੀਂ ਨਿਊਜ਼ ਦੇ ਵਿੱਚ ਦੇਖਿਆ ਹੋਏਗਾ ਕਿ ਪੰਜਾਬ ਸੀਐਮ ਨੇ ਮਲੇਰਕੋਟਲਾ ਨੂੰ ਡਿਸਟ੍ਰਿਕਟ ਜਿਹੜਾ ਹੈ ਉਹ ਡਿਕਲੇਅਰ ਕਰ ਦਿੱਤਾ ਹੈ। ਹੁਣ ਮਲੇਰਕੋਟਲਾ ਵੀ ਇੱਕ ਜ਼ਿਲ੍ਹਾ ਬਣ ਚੁੱਕਾ ਹੈ। ਕਿੰਨਵੇਂ ਨੰਬਰ ਦਾ ਜ਼ਿਲ੍ਹਾ ਬਣਿਆ ਹੈ ਤੁਸੀਂ ਦੱਸਣਾ ਹੈ। ਨਿਊਜ਼ ਦੇ ਵਿੱਚ ਰੈਗੂਲਰਲੀ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਆਲਰੇਡੀ 22 ਜ਼ਿਲ੍ਹੇ ਨੇ ਤਾਂ ਓਬਵੀਅਸਲੀ ਇਹ 23ਵੇਂ ਨੰਬਰ ਦਾ 23rd ਡਿਸਟ੍ਰਿਕਟ ਬਣ ਚੁੱਕਿਆ ਹੈ ਮਲੇਰਕੋਟਲਾ। ਇਹ ਕਿਹੜੇ ਡਿਸਟ੍ਰਿਕਟ ਤੋਂ ਅੱਡ ਹੋ ਕੇ ਬਣਾਇਆ ਗਿਆ ਹੈ? ਇਹ ਤੁਹਾਡਾ ਸੰਗਰੂਰ ਡਿਸਟ੍ਰਿਕਟ ਤੋਂ ਵੱਖ ਕਰਕੇ ਬਣਾਇਆ ਗਿਆ ਹੈ ਮਲੇਰਕੋਟਲਾ। ਹੁਣ ਮਲੇਰਕੋਟਲਾ ਤੋਂ ਇੰਨਾ ਸਿੰਪਲ ਕੁਐਸਚਨ ਤਾਂ ਆਉਣ ਦੇ ਚਾਂਸ ਘੱਟ ਨੇ ਕਿ ਕਿੰਨਵੇਂ ਨੰਬਰ ਦਾ ਡਿਸਟ੍ਰਿਕਟ ਇਹ ਬਣਿਆ। ਇਸ ਕਰਕੇ ਅਗਲਾ ਕੁਐਸਚਨ ਦੇਖਦੇ ਹਾਂ।
अगले क्वेश्चन च इदा क्वेश्चन आ सकता है कि गवर्नमेंट मैडिकल कॉलेज, ठीक है, जिहदा कि नाम होएगा नवाब शेर मुहम्मद खान जी के नाम ते, यह 500 करोड़ की लागत नाल सैटअप किया जाएगा। तुसी दसना है कित्थे सैटअप होएगा। क्वेश्चन इनडायरैक्टली आएगा क्योंकि नवाब शेर मुहम्मद खान जी एसोसिएटेड ने किहदे नाल मलेरकोटला दे नाल, इस करके गवर्नमेंट मैडिकल कॉलेज इन्हां दे नाम नाल मलेरकोटला च ही इस्टैबलिश किया जाएगा, जिहदी लागत 500 करोड़ होएगी। लागत भी ध्यान रखनी है, नवाब का नाम भी ध्यान रखना है, तो मलेरकोटला च यह सैटअप जल्दी ही किया जाएगा। अगला क्वेश्चन मलेरकोटला ते मोस्ट इंपॉर्टेंट क्वेश्चन, यदि एक लाइन इंपॉर्टेंट है। तुसी दसना है कि केड़ी स्टेटमेंट इन्हां चारां विचों करैक्ट है मलेरकोटला दे बारे। पहली स्टेटमेंट की कहती है, शेर मुहम्मद खान जिहड़े कि मलेरकोटला दे नवाब रह चुके सी, इन्हां ने की कीता सी जदों छोटे साहिबजादियां दे उत्ते बहुत सारे जुल्म हो रहे सन, बाबा जोरावर सिंह जी ते बाबा फतेह सिंह जी उत्ते, उदों इन्हां ने उहदे अगेंस्ट अपनी आवाज़ चुकी सी। असीं सारे जानते हैं छोटे साहिबजादियां नूं नीहां दे विच सरहिंद दे नवाब ने चिना दिता सी। शेर मुहम्मद खान जी ने उहदे अगेंस्ट की चुकी सी, आवाज़ चुकी सी। ये पॉइंट बिल्कुल सही है, मलेरकोटला दे ही नवाब सीगे। सैकेंड कहता है कि गुरु गोबिंद सिंह जी ने शेर मुहम्मद खान जी नूं ते जिहड़े भी मलेरकोटला दे लोग सन उन्हां नूं इह कहा सीगा कि वो खुशियां दे नाल ही हमेशा रहणगे, शांति दे नाल अपना जीवन बतीत करनगे। ये आशीर्वाद दिता सी श्री गुरु गोबिंद सिंह जी ने। जदों साहिबजादियां नूं नीहां च चिना दिता गया, उस तो बाद गुरु गोबिंद सिंह जी ने मलेरकोटला विजिट किया, उत्थे उन्होंने जाके असीस दिती सी कि तुसी हमेशा खुश रहोगे। तीजा पॉइंट कहता है कि ये जिहड़ा सिटी है यह बाबा हैदर शेख जी वास्ते भी फेमस है, इन्हां दी दरगाह है इत्थे। बाबा हैदर शेख जी वास्ते कहा जाता है कि 500 साल पहला इन्हां ने ही मलेरकोटला दा शहर जिहड़ा है वो वसाया सी, इन्हां दी दरगाह भी इत्थे है। ये तीनों ही पॉइंट सही ने, साडा आंसर होएगा 4, ऑल ऑफ द अबव। एक पॉइंट बहुत इंपॉर्टेंट है मलेरकोटला दे रिगार्डिंग, क्वेश्चन किसी भी फॉर्मेट च आ सकता है, ध्यान रखना है तुसी हर एक पॉइंट कि गुरु गोबिंद सिंह जी आए सी इत्थे ते शेर मुहम्मद खान जी ने अगेंस्ट द सरहिंद ऑफ नवाब अपनी आवाज़ बुलंद की सी जदों छोटे साहिबजादियां ते जुल्म हो रहे सन। अगला क्वेश्चन है कि साडे कंट्री विचों इदां दा किहड़ा पहला स्टेट बन चुका है जिन्हें सीधी सीधी कोवैक्स फैसिलिटी दे नाल की कर ली है, अलायंस कर ली है, उन्होंने ज्वाइन कर लिया है। कोवैक्स फैसिलिटी ये एक्चुअल दे विच है कि असीं सारे जानते हैं गावी बारे। गावी की है, एक वैक्सीन का अलायंस है, इंटरनेशनल लैवल ते गठबंधन कह सकते हो। कोवैक्स फैसिलिटी गावी की ही फैसिलिटी है। ये की कीता जाता है, इंश्योर किया जाता है कि जिहड़ियां वैक्सीन ने वो हर एक बंदे तक अफोर्डेबल रेंज ते पहुँच सके। हुण तुहानूं पता है वैक्सीन का शॉर्टेज चल रहा सी, इस करके पंजाब की सरकार ने सीधा ही इंटरनेशनल लैवल ते कोवैक्स फैसिलिटी अलायंस दे नाल की है गठजोड़ कर लिया है, ताकि जल्दी तो जल्दी जिहड़ी प्रोक्योरमेंट है कोविड वैक्सीन की बेस्ट प्राइस ते पंजाब की सरकार कर सके, तो लोगों को जल्दी तो जल्दी कोविड के अगेंस्ट की है टीकाकरण किया जा सके। अगला क्वेश्चन है, कोविड-19 जिहड़ी वैक्सीन ग्लोबल एक्सैस है जिहदे बारे मैं तुहानूं हुणे दस्सिया, ठीक है, ਇਹਦੇ ਵਿੱਚੋਂ ਤੁਹਾਨੂੰ एक चीज़ पता होनी चाहिए कि कोवैक्स ਦੇ ਵਿੱਚ ਕਿਹੜੇ-ਕਿਹੜੇ कंट्री इन्वॉल्व ने। मैं ਤੁਹਾਨੂੰ ਹੁਣੇ ਦੱਸਿਆ कि एक गावी ਦਾ ही प्लेटफॉर्म है कोवैक्स, पर सिर्फ गावी ही ਇੰਨੀ ਵੱਡੀ इंटरनेशनल फैसिलिटी ਨੂੰ नहीं चला सकता, इस करके होर भी ऑर्गेनाइजेशन ने ਜਿਹੜੀਆਂ ਇਹਦੇ ਵਿੱਚ ਕੰਟਰੀਬਿਊਟ ਕਰਦੀਆਂ ਨੇ। ਉਹਨਾਂ ਵਿੱਚ ਇੱਕ ਤੁਹਾਡੀ ਕੋਲੀਸ਼ਨ ਫॉर एपिडेमिक प्रिपेयर्डनेस इनोवेशन ਜਿਹਨੂੰ ਅਸੀਂ सेपी ਕਹਿੰਦੇ ਆ, एक इंडेक्स भी प्रिपेयर करती है ਜਿਹਦੇ ਵਿੱਚ ਦੱਸਦੀ ਹੈ कि बीमारियां ਕਿੱਥੇ-ਕਿੱਥੇ ਕਿੰਨੀਆਂ फैलियां ਹੋਈਆਂ ਨੇ। सेपी प्लस गावी ते एक होर ऑर्गेनाइजेशन है जिहड़ी कि इन्वॉल्व है साडे कोवैक्स दे विच, ते वो किहड़ी हो सकती है? मोस्ट ऑबवियस वर्ल्ड हैल्थ ऑर्गेनाइजेशन। हुण जे तुहानूं क्वेश्चन आ जाए कि कोवैक्स फैसिलिटी दे विच किहड़े-किहड़े इंटरनेशनल ऑर्गेनाइजेशन का कॉन्ट्रीब्यूशन है, तो पहली होएगी WHO, दूजी होएगी सेपी, तीजी होएगी गावी। तो पंजाब ने कोवैक्स फैसिलिटी नूं की कर लिया है, ज्वाइन कर लिया है, पहला स्टेट है पंजाब कंट्री का अजिहा करन वाला। अगला क्वेश्चन नॉक कल्चर ते है, ये न्यूज़ दे विच चल रहा सी, देखा भी गया। ये नॉक कल्चर जे तुहानूं पुछ लवे एग्जाम दे विच पुछया जावे कि नॉक कल्चर किहड़ी जगह नाल एसोसीएटेड है, तो पहली गल ध्यान रखनी है अफ्रीका दे नाल, अफ्रीकन कॉन्टीनेंट दे नाल, ते नाइजीरिया अफ्रीका दे विच एक कंट्री है, ठीक है, नाइजीरिया दे नाल संबंधित है, अफ्रीका कॉन्टीनेंट दे विच है कंट्री। नाइजीरिया च कल्चर देखा जाता है। ये कल्चर किहड़ी चीज़ दे नाल एसोसीएटेड है? ਇਹਦੇ ਵਿੱਚ यूनीक टैराकोटा ਸਕਲਪਚਰ ਆਪਾਂ ਕਹਿ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਟੈਰਾकोटा ਦੇ ਬੁੱਤ ਬਣੇ ਹੋਏ ਨੇ, ਇਹ ਟੈਰਾकोटा ਦੇ ਬੁੱਤ ਵਾਸਤੇ ਫੇਮਸ ਹੈ।
ਹੁਣੇ ਹੀ ਇੱਥੇ ਟੈਰਾਕੋਟਾ ਦੇ ਇਹ ਬੁੱਤ ਜਿਹੜੇ ਨੇ ਇਹ ਡਿਸਕਵਰ ਕੀਤੇ ਗਏ ਤੇ ਨੌਕ ਕਲਚਰ ਨਾਈਜੀਰੀਆ ਦੇ ਨਾਲ ਸੰਬੰਧਿਤ ਹੈ, ਜਿਹੜਾ ਕਿ ਅਫਰੀਕਾ ਕੰਟੀਨੈਂਟ ਦੇ ਵਿੱਚ ਹੈ। ਫॉर द ਟੈਰਾਕੋਟਾ ਸਕਲਪਚਰ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਕੁਐਸਚਨ ਇੱਕ ਰਿਪੋਰਟ ਤੇ ਹੈ, ਇੰਟਰਨੈਸ਼ਨਲ ਰਿਪੋਰਟ, ਬਹੁਤ ਹੀ ਇੰਪੋਰਟੈਂਟ ਰਿਪੋਰਟ ਹੈ, ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬਰੀਫ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਮਾਈਗ੍ਰੇਸ਼ਨ ਇੰਟਰਨੈਸ਼ਨਲ ਲੈਵਲ ਤੇ ਕਿੱਦਾਂ ਦਾ ਚੱਲ ਰਿਹਾ ਹੈ ਤੇ ਇਹਦੇ ਡਿਵੈਲਪਮੈਂਟ ਉੱਤੇ ਕਿੱਦਾਂ ਦੇ ਇਫੈਕਟ ਦੇਖੇ ਗਏ ਨੇ। 2020 ਦੀ ਇਹ ਰਿਪੋਰਟ ਕਿਹਨੇ ਲਾਂਚ ਕੀਤੀ ਹੈ, ਤੁਸੀਂ ਦੱਸਣਾ ਹੈ। ਇਹਦਾ ਸਹੀ ਆਨਸਰ ਕੀ ਹੋਏਗਾ? ਕਨਫਿਊਜ਼ ਨਹੀਂ ਹੋਣਾ ਕਿ ਮਾਈਗ੍ਰੇਸ਼ਨ ਦੀ ਗੱਲ ਹੋ ਰਹੀ ਹੈ ਤਾਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਰਗੇਨਾਈਜੇਸ਼ਨ ਹੋਏਗਾ, ਨਹੀਂ। ਇਹ ਰਿਪੋਰਟ ਮਾਈਗ੍ਰੇਸ਼ਨ ਦੀ ਵਰਲਡ ਬੈਂਕ ਨੇ ਲਾਂਚ ਕੀਤੀ ਹੈ। ਵਰਲਡ ਬੈਂਕ ਨੇ ਤੁਹਾਡੀ ਇਹ ਰਿਪੋਰਟ ਲਾਂਚ ਕੀਤੀ ਹੈ, ਜਿਹਦਾ ਨਾਮ ਹੈ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬਰੀਫ 2020। ਤੇ ਵਰਲਡ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ? ਵਾਸ਼ਿੰਗਟਨ DC ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਪੰਜਾਬ ਦੇ ਐਗਜ਼ਾਮ ਵਿੱਚ ਹੈੱਡਕੁਆਟਰ ਯੂਜ਼ਲੀ ਪੁੱਛੇ ਜਾਂਦੇ ਨੇ, ਚਾਹੇ ਉਹ ਲਾਈਨ ਦੀ ਫਾਰਮੈਟ 'ਚ ਪੁੱਛੇ ਜਾਣ ਚਾਹੇ ਡਾਇਰੈਕਟਲੀ। ਵਾਸ਼ਿੰਗਟਨ DC USA ਦੇ ਵਿੱਚ ਵਰਲਡ ਬੈਂਕ ਦਾ ਕੀ ਹੈ? ਹੈੱਡਕੁਆਟਰ ਹੈ। ਅਗਲਾ ਕੁਐਸਚਨ ਹੈ, ਕਿਹੜਾ ਇੱਦਾਂ ਦਾ ਕੰਟਰੀ ਹੈ ਜਿਹੜਾ ਸਭ ਤੋਂ ਜ਼ਿਆਦਾ ਰੈਮਿਟੈਂਸ ਜਿਹੜਾ ਰਿਸੀਵ ਕਰਨ ਵਾਲਾ ਬਣਿਆ 2020 ਦੇ ਵਿੱਚ? ਰੈਮਿਟੈਂਸ ਕੀ ਹੁੰਦੇ ਨੇ? ਜਦੋਂ ਸਾਡੇ ਇੰਡੀਅਨ ਡਾਇਸਪੋਰਾ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹ ਸਾਡੇ ਇੰਡੀਆ ਦੇ ਵਿੱਚ ਆਪਣਾ ਪੈਸਾ ਭੇਜਦੇ ਨੇ, ਉਹਨੂੰ ਆਪਾਂ ਰੈਮਿਟੈਂਸ ਕਹਿੰਦੇ ਆ। ਤੇ ਇੰਡੀਆ ਜਿਹੜਾ ਹੈ ਉਹ ਇੱਦਾਂ ਦਾ ਕੰਟਰੀ ਹੈ ਜਿਹਨੇ ਸਭ ਤੋਂ ਵੱਧ ਰੈਮਿਟੈਂਸ ਜਿਹੜੇ ਨੇ ਉਹ ਰਿਸੀਵ ਕੀਤੇ 2020 ਦੇ ਵਿੱਚ। ਸਭ ਤੋਂ ਵੱਧ ਇੰਡੀਅਨਸ ਹੀ ਰਹਿੰਦੇ ਨੇ ਫੋਰਨ ਦੇ ਵਿੱਚ, ਆਪਾਂ ਜਾਣਦੇ ਹਾਂ। ਤੇ 2020 ਦੇ ਵਿੱਚ ਸਭ ਤੋਂ ਵੱਧ ਰਕਮ ਇੰਡੀਆ ਨੇ ਪ੍ਰਾਪਤ ਕੀਤੀ ਬਾਏ ਦਾ ਰੈਮਿਟੈਂਸ। ਜੇ ਮੈਂ ਗੱਲ ਕਰਾਂ ਫੋਰੈਕਸ ਦੀ, ਫੋਰੈਕਸ ਹੁੰਦਾ ਹੈ ਫੋਰਨ ਰਿਜ਼ਰਵ। ਜੇ ਫੋਰਨ ਰਿਜ਼ਰਵ ਦੀ ਗੱਲ ਕੀਤੀ ਜਾਵੇ ਕਿ ਸਾਡੇ ਕੰਟਰੀ ਦੇ ਵਿੱਚ ਫੋਰਨ ਰਿਜ਼ਰਵ ਕਿੰਨਵੇਂ ਨੰਬਰ ਦਾ ਹੈ? ਫੋਰਨ ਰਿਜ਼ਰਵ ਦੇ ਵਿੱਚ ਅਸੀਂ ਮੈਕਸਿਮਮ ਡਾਲਰ ਕਾਊਂਟ ਕਰਦੇ ਹਾਂ ਕਿ ਸਾਡੇ ਕੰਟਰੀ ਦੇ ਵਿੱਚ ਕਿੰਨੇ ਡਾਲਰ ਤੁਸੀਂ ਕਹਿ ਸਕਦੇ ਹੋ, ਇੱਦਾਂ ਮੰਨਿਆ ਜਾਂਦਾ ਹੈ। ਫੋਰੈਕਸ ਜਿਹੜਾ ਹੈ, ਇੰਡੀਆ ਜਿਹੜਾ ਫੋਰੈਕਸ ਦੇ ਮਾਮਲੇ ਵਿੱਚ ਚੌਥੇ ਨੰਬਰ ਦਾ ਕੰਟਰੀ ਹੈ ਪੂਰੇ ਗਲੋਬਲ ਲੈਵਲ ਤੇ। ਪਹਿਲੇ ਨੰਬਰ ਤੇ ਚਾਈਨਾ ਹੈ ਜਿਹਦੇ ਕੋਲ ਸਭ ਤੋਂ ਵੱਧ ਫੋਰੈਕਸ ਫੋਰਨ ਰਿਜ਼ਰਵ ਹੈ, ਫੋਰਨ ਕੰਟਰੀ ਦਾ ਰਿਜ਼ਰਵ। ਫੋਰਨ ਕੰਟਰੀ ਕਿਹੜੀ ਹੋ ਗਈ? ਡਾਲਰ ਹੋ ਗਈ, ਠੀਕ ਹੈ, ਉਹਦੀ ਕਰੰਸੀ ਡਾਲਰ ਦਾ ਰਿਜ਼ਰਵ ਸਭ ਤੋਂ ਜ਼ਿਆਦਾ ਚਾਈਨਾ ਦੇ ਵਿੱਚ ਹੈ। ਚੌਥੇ ਨੰਬਰ ਤੇ ਇੰਡੀਆ ਕੋਲ ਹੈ ਫੋਰੈਕਸ ਰਿਜ਼ਰਵ, ਠੀਕ ਹੈ। ਇਹ ਜਿਹੜਾ ਫੋਰੈਕਸ ਰਿਜ਼ਰਵ ਇਹਦੀ ਕੈਲਕੂਲੇਸ਼ਨ ਕੌਣ ਕਰਦਾ ਹੈ? RBI, ਰਿਜ਼ਰਵ ਬੈਂਕ ਆਫ ਇੰਡੀਆ। ਅਗਲਾ ਕੁਐਸਚਨ ਹੈ, ਤੁਸੀਂ ਦੱਸਣਾ ਹੈ ਮਾਸਟਰ ਕਾਰਡ ਦੇ ਨਾਲ ਮਿਲ ਕੇ ਕਿਹੜੀ ਆਰਗੇਨਾਈਜੇਸ਼ਨ ਨੇ ਇਹ ਰਿਪੋਰਟ ਲਾਂਚ ਕੀਤੀ ਜਿਹਦਾ ਨਾਮ ਹੈ ਕਨੈਕਟਿਡ ਕਮਰਸ ਕ੍ਰੀਏਟਿੰਗ ਏ ਰੋਡ ਮੈਪ ਫॉर ਡਿਜੀਟਲੀ ਇਨਕਲੂਸਿਵ ਭਾਰਤ। ਕਿ ਅਸੀਂ ਕੀ ਕਰਾਂਗੇ? ਕਮਰਸ ਨੂੰ ਇੰਟਰਕਨੈਕਟ ਕਰਾਂਗੇ ਡਿਜੀਟਲੀ, ਤਾਂ ਕਿ ਲੋਕੀ ਜਿਹੜੇ ਨੇ ਉਹ ਡਿਜੀਟਲੀ ਪੇਮੈਂਟ ਜ਼ਿਆਦਾ ਤੋਂ ਜ਼ਿਆਦਾ ਕਰਨ, ਡਿਜੀਟਲ ਜਿਹੜਾ ਹੈ ਇਨਕਲੂਸਿਵ ਬਣ ਸਕੇ ਸਾਡਾ ਦੇਸ਼। ਕਿ ਪਿੰਡਾਂ ਦੇ ਵਿੱਚ ਵੀ ਹਜੇ ਵੀ ਲੋਕਾਂ ਨੂੰ ਨਹੀਂ ਪਤਾ ਡਿਜੀਟਲੀ ਕਮਰਸ ਕਿੱਦਾਂ ਵਰਕ ਕਰਦੀ ਹੈ, ਆਪਾਂ ਆਰਡਰ ਕਿੱਦਾਂ ਪਲੇਸ ਕਰਦੇ ਹਾਂ ਜਿਹਨੂੰ ਆਪਾਂ ਈ-ਕਮਰਸ ਕਹਿੰਦੇ ਹਾਂ, ਆਨਲਾਈਨ ਪੇਮੈਂਟ ਕਰਕੇ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਵਾਸਤੇ ਇਹ ਰਿਪੋਰਟ ਜਿਹੜੀ ਉਹ ਲਾਂਚ ਕੀਤੀ ਗਈ। ਇਹ ਨੀਤੀ ਆਯੋਗ ਨੇ ਲਾਂਚ ਕੀਤੀ ਹੈ, ਕਿਹਦੇ ਨਾਲ ਮਿਲ ਕੇ? ਮਾਸਟਰ ਕਾਰਡ ਦੇ ਨਾਲ ਮਿਲ ਕੇ। ਅਗਲਾ ਕੁਐਸਚਨ ਹੈ, ਨੇਚਰ ਇਨ ਗਲੋਬਲਾਈਜ਼ਡ ਵਰਲਡ ਕਨਫਲਿਕਟ ਐਂਡ ਕੰਜ਼ਰਵੇਸ਼ਨ। ਇਹ ਰਿਪੋਰਟ ਕਿਹਨੇ ਲਾਂਚ ਕੀਤੀ ਹੈ? ਧਿਆਨ ਰੱਖਿਓ, ਅੱਜ ਰਿਪੋਰਟ ਦੇ ਕੁਐਸਚਨ ਜ਼ਿਆਦਾ ਨੇ ਪਰ ਇਹਦੇ ਵਿੱਚ ਇੱਕ ਵੀ ਕੁਐਸਚਨ ਫਾਲਤੂ ਨਹੀਂ ਹੈ ਜਿਹੜਾ ਕਿ ਇੰਪੋਰਟੈਂਟ ਨਹੀਂ ਹੈ। ਸਿਰਫ ਉਹੀ ਰਿਪੋਰਟਸ ਨੇ ਜਿਹੜੀਆਂ ਮੋਸਟ ਇੰਪੋਰਟੈਂਟ ਨੇ ਤੇ ਤੁਹਾਡੇ ਕੁਐਸਚਨ ਜਿਹੜੇ ਨੇ ਉਹ ਡਾਇਰੈਕਟਲੀ ਪੁੱਛੇ ਜਾ ਸਕਦੇ ਨੇ ਐਗਜ਼ਾਮਸ ਦੇ ਵਿੱਚ। ਦੇਖੋ, ਰਿਪੋਰਟ ਦਾ ਕੁਐਸਚਨ ਜੇ ਤੁਸੀਂ ਸਹੀ ਕਰ ਲੈਂਦੇ ਹੋ ਤਾਂ ਤੁਹਾਡੇ 2 ਨੰਬਰ 3 ਨੰਬਰ ਬਿਲਕੁਲ ਇਨਸ਼ੋਰ ਹੋ ਜਾਂਦੇ ਨੇ ਤੁਹਾਡੇ ਐਗਜ਼ਾਮ ਦੇ ਵਿੱਚ, ਠੀਕ ਹੈ। ਇਸ ਕਰਕੇ ਰਿਪੋਰਟਸ ਇੰਪੋਰਟੈਂਟ ਨੇ, ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ। ਨੇਚਰ ਇਨ ਗਲੋਬਲਾਈਜ਼ਡ ਵਰਲਡ ਕਿਹਦੀ ਗੱਲ ਕਰਦਾ ਪਿਆ? ਨੇਚਰ ਦੀ, ਕੁਦਰਤ ਦੀ ਗੱਲ ਕਰਦਾ ਪਿਆ ਹੈ ਕਿ ਅਸੀਂ ਕਿੱਦਾਂ ਉਹਨੂੰ ਕੰਜ਼ਰਵ ਕਰਨਾ ਹੈ ਤੇ ਜਿਹੜਾ ਆਦਮੀ ਹੈ ਉਹਦਾ ਕਿੰਨਾ ਜ਼ਿਆਦਾ ਕਨਫਲਿਕਟ ਜਿਹੜਾ ਉਹ ਚੱਲਦਾ ਰਹਿੰਦਾ ਹੈ ਨੇਚਰ ਦੇ ਨਾਲ, ਠੀਕ ਹੈ। ਇਹ ਰਿਪੋਰਟ ਕਿਹਨਾਂ ਨੇ ਲਾਂਚ ਕੀਤੀ? ਕਿਹੜੀ ਆਰਗੇਨਾਈਜੇਸ਼ਨ ਨੇ? ਇਹ ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਤੁਹਾਡੀ ਜਿਹਦਾ ਨਾਮ ਹੈ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ। IUCN ਇੱਕ ਲਿਸਟ ਵੀ ਲਾਂਚ ਕਰਦੀ ਹੈ ਜਿਹਦਾ ਨਾਮ ਹੈ ਰੈੱਡ ਲਿਸਟ। ਰੈੱਡ ਦਾ ਮਤਲਬ ਹੁੰਦਾ ਹੈ ਖਤਰਾ। ਜਿਹੜੇ ਵੀ ਜਾਨਵਰ ਜਾਂ ਤੁਸੀਂ ਬਰਡਸ ਕੋਈ ਵੀ ਕਹਿ ਲਓ ਰੈੱਡ ਲਿਸਟ ਦੀ ਕੈਟਾਗਰੀ ਚਾਹੁੰਦੇ ਨੇ, ਉਹਨਾਂ ਨੂੰ ਬਚਾਉਣ ਵਾਸਤੇ ਯਤਨ ਕੀਤੇ ਜਾਂਦੇ ਨੇ। IUCN ਦੀ ਇਹ ਰਿਪੋਰਟ ਹੈ, ਲਾਂਚ ਕੀਤੀ ਜਾਂਦੀ ਹੈ ਰੈੱਡ ਲਿਸਟ। ਇਹਨੇ ਹੀ ਆ ਰਿਪੋਰਟ ਜਿਹਦਾ ਨਾਮ ਹੈ ਨੇਚਰ ਇਨ ਗਲੋਬਲਾਈਜ਼ਡ ਵਰਲਡ ਕਨਫਲਿਕਟ ਐਂਡ ਕੰਜ਼ਰਵੇਸ਼ਨ ਉਹ ਲਾਂਚ ਕੀਤੀ। ਜੇ ਤੁਹਾਡੇ ਤੋਂ ਹੈੱਡਕੁਆਟਰ ਪੁੱਛਿਆ ਜਾਵੇ ਕਿ IUCN ਦਾ ਹੈੱਡਕੁਆਟਰ ਕਿੱਥੇ ਹੈ ਤਾਂ ਇਹ ਤੁਹਾਡਾ ਹੈ ਗਲੈਂਡ ਦੇ ਵਿੱਚ। ਗਲੈਂਡ ਇੱਕ ਜਗ੍ਹਾ ਹੈ ਸਵਿਟਜ਼ਰਲੈਂਡ ਦੇ ਵਿੱਚ, ਇਹਦਾ ਹੈੱਡਕੁਆਟਰ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਹੈ। ਅਗਲਾ ਕੁਐਸਚਨ ਸਾਈਕਲੋਨ ਤੌਤੇ ਤੇ ਹੈ। ਇਹ ਨਿਊਜ਼ ਦੇ ਵਿੱਚ ਰੈਗੂਲਰਲੀ ਚੱਲ ਰਿਹਾ ਸੀ, ਇਹਨੇ ਬਹੁਤ ਹੀ ਤਬਾਹੀ ਕੀਤੀ ਹੈ। ਇਹਦਾ ਨਾਮ ਜਿਹੜਾ ਤਾਉਤੇ ਐਕਚੁਅਲ ਦੇ ਵਿੱਚ ਰੱਖਿਆ ਗਿਆ ਮਿਆਂਮਾਰ ਦੀ ਇੱਕ ਛਿਪਕਲੀ ਹੈ ਉਹਦੇ ਨਾਮ ਤੇ ਰੱਖਿਆ ਗਿਆ, ਠੀਕ ਹੈ। ਇਹ
पहला साइक्लोन है 2021 ਦਾ, ਇਸ ਕਰਕੇ ਇੰਪੋਰਟੈਂਟ ਹੈ। ਜੇ ਤੁਹਾਨੂੰ ਲਿਸਟ ਕਰ ਦਿੱਤੇ ਜਾਣ ਕਿ ਇਹਨਾਂ ਸਾਈਕਲੋਨ ਵਿੱਚੋਂ 2021 ਦਾ ਸਭ ਤੋਂ ਪਹਿਲਾ ਸਾਈਕਲੋਨ ਕਿਹੜਾ ਹੈ ਤਾਂ ਉਹ ਤਾਉਤੇ ਹੈ। ਇਹ ਤੁਹਾਡਾ ਅਰੇਬੀਅਨ ਸੀ ਦੇ ਵਿੱਚ ਆਇਆ ਹੈ। ਕਿੱਥੇ ਆਇਆ ਹੈ? ਅਰੇਬੀਅਨ ਸੀ ਦੇ ਵਿੱਚ। ਅਗਲਾ ਕੁਐਸਚਨ ਪਹਿਲੀ ਬ੍ਰਿਕਸ ਇੰਪਲੋਇਮੈਂਟ ਵਰਕਿੰਗ ਗਰੁੱਪ ਮੀਟਿੰਗ ਤੇ ਹੈ, ਠੀਕ ਹੈ, ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਕਿਵੇਂ ਅਸੀਂ ਇੰਪਲੋਇਮੈਂਟ ਨੂੰ ਇੰਸ਼ੋਰ ਕਰ ਸਕਦੇ ਹਾਂ। ਕਿੱਥੇ? ਬ੍ਰਿਕਸ ਕੰਟਰੀ ਦੇ ਵਿੱਚ। ਇਹ ਕਿੱਥੇ ਹੈਲਡ ਕੀਤੀ ਗਈ? ਸਭ ਤੋਂ ਪਹਿਲੀ ਮੀਟਿੰਗ ਹੈ ਇਹ, ਇਸ ਕਰਕੇ ਇੰਪੋਰਟੈਂਟ ਹੈ। ਇਹ ਵਰਚੁਅਲ ਫਾਰਮੈਟ ਮਤਲਬ ਆਨਲਾਈਨ ਮੋਡ ਦੇ ਵਿੱਚ ਇਹ ਹੈਲਡ ਕੀਤੀ ਗਈ ਤੇ ਇਹ ਤੁਹਾਡੀ ਇੰਡੀਆ ਦੇ ਵਿੱਚ ਹੈਲਡ ਹੋਈ ਹੈ, ਇਸ ਕਰਕੇ ਸਾਡੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ। ਨਿਊ ਦਿੱਲੀ ਵਿੱਚ ਇਹ ਮੀਟਿੰਗ ਜਿਹੜੀ ਹੈ ਵਰਚੁਅਲੀ ਕੀ ਕੀਤੀ ਗਈ? ਹੈਲਡ ਕੀਤੀ ਗਈ। ਜੇ ਮੈਂ ਬ੍ਰਿਕਸ ਦੀ ਗੱਲ ਕਰਾਂ ਤਾਂ ਬ੍ਰਿਕਸ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਹੈੱਡਕੁਆਟਰ ਕਿੱਥੇ ਹੈ? ਸ਼ੰਘਾਈ ਦੇ ਵਿੱਚ। ਇਹ ਵੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ। ਤੇ ਬ੍ਰਿਕਸ ਦੇ ਵਿੱਚੋਂ ਜੇ ਤੁਹਾਨੂੰ ਇੱਦਾਂ ਕੁਐਸਚਨ ਪੁੱਛਿਆ ਜਾਵੇ ਕਿ ਸਭ ਤੋਂ ਆਖਿਰ ਵਾਲਾ ਕੰਟਰੀ ਕਿਹਨੇ ਸੀ ਜਿਹਨੇ ਜੁਆਇਨ ਕੀਤਾ, ਤੁਹਾਡਾ ਸਾਊਥ ਅਫਰੀਕਾ ਸੀ। ਸਾਊਥ ਅਫਰੀਕਾ ਨੇ ਸਭ ਤੋਂ ਲੇਟ ਜੁਆਇਨ ਕੀਤਾ। ਬ੍ਰਿਕਸ ਦੀ ਫੁੱਲ ਫਾਰਮ ਤੁਸੀਂ ਸਾਰੇ ਜਾਣਦੇ ਹੋਵੋਗੇ ਆਈ ਹੋਪ, ਜੇ ਤੁਸੀਂ ਸਟੈਟਿਕ ਪੜ੍ਹਿਆ ਹੈ। B ਤੋਂ ਬ੍ਰਾਜ਼ੀਲ ਹੈ, R ਤੋਂ ਰਸ਼ੀਆ ਹੈ, I ਤੋਂ ਇੰਡੀਆ ਹੈ, C ਤੋਂ ਚਾਈਨਾ ਤੇ S ਤੋਂ ਤੁਹਾਡਾ ਸਾਊਥ ਅਫਰੀਕਾ ਹੈ। ਸੋ ਅੱਜ ਦਾ ਲੈਕਚਰ ਇੱਥੇ ਹੀ ਖਤਮ ਹੁੰਦਾ ਹੈ। ਆਈ ਹੋਪ ਤੁਹਾਨੂੰ ਲੈਕਚਰ ਸਮਝ ਲੱਗਿਆ ਹੋਵੇਗਾ। ਜੇ ਤੁਹਾਡੀ ਕੋਈ ਵੀ ਕੁਐਰੀ ਹੋਵੇ ਤਾਂ ਤੁਸੀਂ ਇਹਨਾਂ ਕੰਟੈਕਟ ਨੰਬਰਸ 'ਤੇ ਕੰਟੈਕਟ ਕਰ ਸਕਦੇ ਹੋ। ਪੜ੍ਹਦੇ ਰਹੋ। ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ।